ਮੈਂ ਜੀਤ ਹਰਜੀਤ ਲੈ ਕੇ ਹਾਜ਼ਰ ਹਾਂ ਬਲਦੇਵ ਸਿੰਘ ਸੜਕਨਾਵਾਂ ਦੀ ਕਹਾਣੀ ਆ ਭੈਣ ਫਾਤਿਮਾ। ਦੀਵਾਲੀ ਨੇੜੇ ਹੋਣ ਕਰਕੇ ਹਰ ਵਰੇ ਵਾਂਗ ਘਰ ਵਿੱਚ ਵਾਧੂ ਜਮ੍ਹਾਂ ਹੋਇਆ ਸਮਾਨ ਮੈਂ ਕੱਢ ਕੇ ਵਿਹੜੇ ਵਿੱਚ ਰੱਖਣ ਲੱਗ ਪਿਆ ਹਾਂ। ਦੀਵਾਲੀ ਦੀ ਛੁੱਟੀ ਦਾ ਮੈਂ ਫਾਇਦਾ ਉਠਾਉਣਾ ਚਾਹੁੰਦਾ ਹਾਂ, ਬੱਚਿਆਂ ਨੂੰ ਵੀ ਨਾਲ ਲਾ ਲਿਆ ਹੈ। ਉਹ ਬੜੇ ਚਾਅ ਨਾਲ ਪੁਰਾਣੀਆਂ ਜੁੱਤੀਆਂ, ਖਾਲੀ ਬੋਤਲਾਂ, ਸਕੂਲ ਦੀਆਂ ਵਰਤੀਆਂ ਹੋਈਆਂ ਕਾਪੀਆਂ, ਕਿਤਾਬਾਂ, ਪਲਾਸਟਿਕ ਦੀ ਜ਼ਰਜ਼ਰੀ ਹੋਈ ਨਵਾਰ, ਬਿਜਲੀ ਦੀਆਂ ਖਰਾਬ ਹੋਈਆਂ ਟਿਊਬਾਂ, ਸਵਿੱਚਾਂ, ਟੁੱਟੇ ਹੋਏ ਖਿਡੌਣੇ, ਸਾਈਕਲ ਦੇ ਪੁਰਾਣੇ ਟਾਇਰ ਤੇ ਹੋਰ ਪਤਾ ਨਹੀਂ ਕੀ ਕੀ ਘੜੀਸੀ ਲਈ ਬਾਹਰ ਆ ਰਹੇ ਸਨ। ਉਹਨਾਂ ਲਈ ਇਹ ਖੇਡ ਵਰਗਾ ਰੁਝੇਵਾਂ ਸੀ। ਮੈਂ ਹੈਰਾਨ ਹਾਂ, ਬੇਬੇ ਪਤਾ ਨਹੀਂ ਕੀ ਕੁਝ ਚੁੱਕ ਕੇ ਅੰਦਰ ਸਟੋਰ ਵਿੱਚ ਸੁੱਟੀ ਜਾਂਦੀ ਰਹਿੰਦੀ ਹੈ। ਕਦੇ ਕੰਮ ਆ ਜਾਂਦਾ ਹੈ, ਹਰ ਇੱਕ ਨੂੰ ਇਹੀ ਸ਼ਬਦ ਕਹਿੰਦੀ ਹੈ। ਅੱਜ ਬੇਬੇ ਸ਼ਾਇਦ ਗੁਆਂਢ ਵਿੱਚ ਕਿਸੇ ਦੇ ਘਰ ਗਈ ਹੋਈ ਹੈ, ਨਹੀਂ ਤਾਂ ਹੁਣ ਵੀ ਉਸਨੇ ਸਾਡੀ ਕਰਤੂਤ 'ਤੇ ਖਿਝਣਾ ਸੀ ਅਤੇ ਵਿੱਚੋਂ ਚੀਜ਼ਾਂ ਚੁੱਕ ਚੁੱਕ ਪੁੱਛਣਾ ਸੀ, ਆਹ ਕਾਹਨੂੰ ਸੁੱਟੀ ਜਾਂਦਾ ਹੈ ਅਤੇ ਆਹ ਜੁੱਤੀ ਤਾਂ ਅਜੇ ਚੰਗੀ ਏ। ਬੱਚਿਆਂ ਦੇ ਖਿਡੌਣੇ ਵੀ ਕਦੇ ਸੁੱਟੀ ਦੇ ਹੁੰਦੇ ਨੇ, ਇਹ ਤਾਂ ਕਰਮਾਂ ਵਾਲਿਆਂ ਦੇ ਘਰ ਹੁੰਦੇ ਆ। ਵਿਹੜੇ ਵਿੱਚ ਕਬਾੜੀਆਂ ਦੀ ਦੁਕਾਨ ਵਾਂਗ ਅਗੜ ਦੁਗੜ ਢੇਰ ਲੱਗਿਆ ਹੈ। ਘਰ ਵਾਲੀ ਨੇ ਰਸੋਈ ਵਿੱਚੋਂ ਸੁੱਕੀਆਂ ਰੋਟੀਆਂ ਦਾ ਢੋਲ ਲਿਆ ਕੇ ਪਲਟ ਦਿੱਤਾ ਹੈ। ਇਹ ਵੀ ਕੱਢੋ ਬਾਹਰ, ਆਖ ਕੇ ਉਹ ਉੱਲੀ ਲੱਗੀਆਂ ਰੋਟੀਆਂ ਵੱਲ ਦੇਖ ਕੇ ਨੱਕ ਚੜ੍ਹਾਉਂਦੀ ਹੈ। ਬੱਚੇ ਪੁਰਾਣਾ ਕਿਤੋਂ ਕਿਤੋਂ ਘੁਣ ਖਾਧਾ ਬੇਬੇ ਦਾ ਚਰਖਾ ਧੂਹੀ ਆਉਂਦੇ ਹਨ। ਚਲੋ ਇਹ ਵੀ ਕੱਢੋ ਗੰਦ। ਮੈਂ ਸੋਚਦਾ ਹਾਂ, ਪਿਛਲੇ 20-25 ਸਾਲਾਂ ਤੋਂ ਮੈਂ ਕਦੇ ਨਹੀਂ ਵੇਖਿਆ ਬੇਬੇ ਇਸ ਚਰਖੇ ਨਾਲ ਕੱਤਿਆ ਹੋਵੇ, ਪਰ ਕਦੇ ਕਦੇ ਝਾੜਦੀ ਭੂੰਜਦੀ ਜ਼ਰੂਰ ਰਹਿੰਦੀ ਹੈ। ਕਈ ਵਾਰ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੀ ਹੈ, ਜਿਵੇਂ ਉਹ ਹੱਡ ਮਾਸ ਦਾ ਬਣਿਆ ਹੋਵੇ। ਪਰ ਮੈਨੂੰ ਪਤਾ ਹੈ ਉਸ ਦੀਆਂ ਸਾਰੀਆਂ ਚੂਲਾਂ ਹਿੱਲੀਆਂ ਪਈਆਂ ਹਨ। ਹੁਣ ਮੈਂ ਚਾਹੁੰਦਾ ਹਾਂ ਬੇਬੇ ਦੇ ਬਾਹਰੋਂ ਆਉਣ ਤੋਂ ਪਹਿਲਾਂ ਕੋਈ ਫੇਰੀ ਵਾਲਾ ਆ ਜਾਵੇ, ਪਰ ਉਹੀ ਗੱਲ ਹੋਈ ਜਿਸ ਦਾ ਮੈਨੂੰ ਡਰ ਸੀ। ਪੱਕੀ ਫਰਸ਼ 'ਤੇ ਬੇਬੇ ਦੀ ਬਾਹਰੋਂ ਸੋਟੀ ਖੜਕਦੀ ਹੈ। ਬੇਬੇ ਵਿਹੜੇ ਵਿੱਚ ਆ ਗਈ ਹੈ ਅਤੇ ਉਹ ਹੈਰਾਨ ਹੋਈ ਖਿਲਰੇ ਢੇਰ ਵੱਲ ਵੇਖਦੀ ਹੈ। ਵੀ ਆਹ ਕੀ ਕਰੀ ਬੈਠਾ ਪੁੱਤ? ਮੈਂ ਬੇਬੇ ਵੱਲ ਪਾੜ ਵਿੱਚੋਂ ਫੜੇ ਗਏ ਚੋਰ ਵਾਂਗ ਦੇਖਦਾ ਹਾਂ। ਤੇ ਆਹ ਕਾਹਨੂੰ ਬਾਹਰ ਕੱਢ ਲਿਆਇਆ? ਮਾਂ ਦੇ ਚਿਹਰੇ 'ਤੇ ਪੀੜ ਉੱਭਰ ਆਈ। ਇਹ ਸਿੱਟਣ ਵਾਲਾ ਹੈ ਭਲਾ? ਉਹ ਚਰਖੇ ਨੂੰ ਮੂੰਹ ਨਾਲ ਵੇਖਦੀ ਹੈ, ਅੱਖਾਂ 'ਚ ਪਾਣੀ ਆਇਆ ਹੈ। ਮੈਂ ਮਹਿਸੂਸ ਕੀਤਾ ਬੇਬੇ ਦੁਖੀ ਹੋ ਗਈ ਹੈ, ਪਰ ਮੈਂ ਆਪਣੀ ਸ਼ਰਮਿੰਦਗੀ ਸਵੀਕਾਰ ਕਰਨ ਦੀ ਬਜਾਏ ਖਿੱਝ ਕੇ ਪੁੱਛਦਾ ਹਾਂ, ਬੇਬੇ ਕੀ ਕਰਾਉਣਾ ਇਹ ਤੋਂ? ਕੱਤਿਆ ਤਾਂ ਕਦੇ ਹੈ ਨਹੀਂ। ਨਾ ਪੁੱਤ, ਫੇਰ ਕੀ ਹੋਇਆ ਜੇ ਕਦੇ ਕੱਤਿਆ ਨਹੀਂ? ਇਹਨੂੰ ਘਰੋਂ ਬਾਹਰ ਥੋੜ੍ਹੀ ਸੁੱਟ ਦੇਣਾ। ਕੰਮ ਤਾਂ ਮੈਂ ਵੀ ਨਹੀਂ ਕਰਦੀ ਕੋਈ, 10 ਸਾਲ ਹੋ ਗਏ ਰੋਟੀਆਂ ਨਹੀਂ ਪਕਾਈਆਂ, ਕਦੇ ਥਾਂ ਨਹੀਂ ਸੰਭਰਿਆ, ਮੈਨੂੰ ਤੁਸੀਂ ਘਰੋਂ ਕੱਢਤਾ? ਬੇਬੇ ਦੀ ਦਲੀਲ ਸੁਣ ਕੇ ਮੈਂ ਚੁੱਪ ਕਰ ਗਿਆ ਹਾਂ। ਤੈਨੂੰ ਨਹੀਂ ਪਤਾ, ਇਹ ਮਾਨਤ ਹੈ ਮੇਰੇ ਕੋਲ ਫਾਤਿਮਾ ਦੀ। ਜਿਉਂਦੀ ਜਿਉਂਦੀ ਤਾਂ ਮੈਂ ਇਹਨੂੰ ਆਪਣੇ ਕੋਲੋਂ ਪਾਸੇ ਨਹੀਂ ਕਰਦੀ। ਮਰੀ ਤੋਂ ਜੋ ਮਰਜ਼ੀ ਕਰ ਲਿਓ ਇਹਦੇ ਨਾਲ, ਆਖ ਕੇ ਬੇਬੇ ਚਰਖੇ ਨੂੰ ਢੇਰ ਵਿੱਚੋਂ ਪਾਸੇ ਕਰਕੇ ਪੂੰਝਣ ਲੱਗਦੀ ਹੈ। ਨਾਲ ਹੌਲੀ ਹੌਲੀ ਗੱਲਾਂ ਕਰਨ ਲੱਗ ਪਈ ਹੈ। ਮੈਂ ਕਦੇ ਬੇਬੇ ਵੱਲ ਤੇ ਕਦੇ ਚਰਖੇ ਵੱਲ ਵੇਖਦਾ ਹਾਂ। ਚਰਮਖਾਂ ਸੁੱਕੀਆਂ ਪਈਆਂ ਹਨ, ਤੱਕਲਾ ਵਿੰਗਾ ਹੈ, ਮਾਲ ਹੈ ਹੀ ਨਹੀਂ। ਸਰੀਰ ਵੱਲੋਂ ਬੇਬੇ ਦਾ ਵੀ ਚਰਖੇ ਵਾਲਾ ਹੀ ਹਾਲ ਹੈ। ਗੋਡੇ ਦੁਖਦੇ ਹਨ, ਦੰਦ ਨਹੀਂ ਹਨ, ਨਿਗਾਹ ਬਹੁਤ ਘੱਟ ਹੈ। ਤੂੰ ਉਦੋਂ ਨਿੱਕਾ ਜਿਹਾ ਹੁੰਦਾ ਸੀ, 3-4 ਸਾਲਾਂ ਦਾ ਹੋਵੇਂਗਾ। ਬੇਬੇ ਚਰਖੇ ਵਿੱਚੋਂ ਹੀ ਬੀਤੇ 50 ਵਰ੍ਹੇ ਪਿੱਛੇ ਵੇਖਣ ਲੱਗ ਪਈ ਹੈ। ਇੱਕ ਹੱਥ ਹੱਥੀ 'ਤੇ ਰੱਖ ਕੇ ਉਦਾਸ ਹੋ ਗਈ ਹੈ। ਮੈਨੂੰ ਤਾਂ ਭੋਰਾ ਭੋਰਾ ਯਾਦ ਹੈ, ਆਥਣ ਜੇ ਦਾ ਵੇਲਾ ਸੀ ਜਦੋਂ ਫਾਤਿਮਾ ਰੋਂਦੀ ਰੋਂਦੀ ਆਈ। ਆਂਦੀ, ਕੁੜੇ ਸੁਣਿਆ ਮੁਲਕ ਆਜ਼ਾਦ ਹੋ ਗਿਆ, ਨਾਲੇ ਪਾਕਿਸਤਾਨ ਅੱਡ ਬਣ ਗਿਆ, ਸਾਨੂੰ ਤਾਂ ਉੱਧਰ ਜਾਣਾ ਪਊ। ਮੇਰਾ ਅੱਬਾ ਤੇ ਚਾਚਾ ਤਾਂ ਸਮਾਨ ਬੰਨ੍ਹੀ ਜਾਂਦੇ ਆ। ਸੁਣ ਕੇ ਮੇਰਾ ਤਾਂ ਜਾਣੀ ਸਾਹ ਰੁਕ ਗਿਆ। ਫਾਤਿਮਾ ਰੋਣੋਂ ਨਾ ਹਟੇ, ਮੇਰੇ ਗਲ ਨੂੰ ਚਿੰਬੜ ਗਈ। ਕੁੜੀ ਮੋਹ ਵੀ ਬਾਹਲਾ ਕਰਦੀ ਸੀ, ਨਾਲੇ ਰੋਈ ਜਾਵੇ ਨਾਲੇ ਆਖੀ ਜਾਵੇ, ਭੈਣੇ ਇਹ ਗਲੀਆਂ, ਇਹ ਪਿੰਡ, ਇਹ ਘਰ, ਇਹ ਜ਼ਮੀਨਾਂ, ਇਹ ਦੇਸ਼ ਕਿਵੇਂ ਛੱਡ ਕੇ ਜਾਵਾਂਗੇ ਅਸੀਂ? ਉੱਥੇ ਪਤਾ ਨਹੀਂ ਇਹੋ ਜਿਹੇ ਲੋਕ ਹੋਣਗੇ। ਮੈਂ ਤਾਂ ਕਦੇ ਆਪਣੇ ਨਾਨਕੇ ਵੀ ਨਹੀਂ ਕੱਟੇ 2 ਦਿਨ। ਤੇਰੇ ਬਿਨਾਂ ਤਾਂ ਮੇਰਾ ਜੀਅ ਨਹੀਂ ਲੱਗਣਾ ਕਿਤੇ ਵੀ। ਹੁਣ ਕੀ ਕਰੂੰਗੀ? ਬੇਬੇ ਦੀ ਘੰਘਿਆਈ ਆਵਾਜ਼ ਸੁਣ ਕੇ
ਮੈਂ ਬੇਬੇ ਵੱਲ ਝਾਕਦਾ ਹਾਂ। ਬੇਬੇ ਦੂਰ ਕਿਤੇ ਦੇਖ ਰਹੀ ਹੈ। ਲੈ ਬੇਬੇ, ਤੂੰ ਤਾਂ ਰੋਈ ਵੀ ਜਾਂਦੀ ਹੈ। ਮੈਂ ਹੈਰਾਨ ਹੋ ਕੇ ਪੁੱਛਦਾ ਹਾਂ। ਬੇਬੇ ਹੌਂਕਾ ਲੈ ਕੇ ਉਦਾਸ ਜਿਹਾ ਹੱਸਣ ਦਾ ਯਤਨ ਕਰਦੀ ਹੈ। ਰੋਣਾ ਹੀ ਹੈ ਭਾਈ, ਮੇਰੇ ਕੋਲ ਹੈ ਹੀ ਕੀ। 50 ਵਰ੍ਹੇ ਹੋ ਗਏ, ਜਾਣੀ ਕੱਲ੍ਹ ਦੀਆਂ ਗੱਲਾਂ ਨੇ। ਜਾਣ ਲੱਗੀ ਆ ਚਰਖਾ ਦੇ ਗਈ ਸੀ ਮੈਨੂੰ। ਆਂਦੀ ਸੀ ਪੁੱਤਾਂ ਨਾਲੋਂ ਵੱਧ ਪਿਆਰਾ ਹੈ। ਜੇ ਤੈਨੂੰ ਸੁਰਤ ਹੁੰਦੀ ਤਾਂ ਉਦੋਂ ਵੇਖਦਾ ਚਰਖੇ ਨੂੰ। ਇਹ ਤਾਂ ਜਣੀ ਗੱਲਾਂ ਕਰਦਾ ਹੁੰਦਾ ਸੀ, ਗੀਤ ਨਹੀਂ ਗਾਉਂਦੇ ਹੁੰਦੇ। ਗੁੱਝੇ ਚਰਖੇ ਦੀ ਬੋਲ। ਬੇਬੇ ਹੌਂਕਾ ਲੈਂਦੀ ਹੈ, ਅੱਖਾਂ ਪੂੰਝਦੀ ਹੈ, ਪਰ ਫਿਰ ਅੱਖਾਂ ਭਰ ਆਉਂਦੀਆਂ ਹਨ। ਜਾਣ ਲੱਗੀ ਇਹਨੂੰ ਪਲੋਸੀ ਜਾਵੇ। ਕਹਿੰਦੀ ਸੀ ਕੀ ਪਤਾ ਮੁਲਕ ਫੇਰ ਇੱਕ ਹੋ ਜਾਣ, ਉਦੋਂ ਮੈਂ ਆਪਣਾ ਚਰਖਾ ਲੈ ਜੂ। ਕੀ ਲੈਣਾ ਸੀ ਆਜ਼ਾਦੀ ਤੋਂ, ਜੱਦੇ ਯਾਦੀਆਂ ਦੇ। ਬੇਬੇ ਹੌਲੀ ਹੌਲੀ ਕੁਝ ਮੂੰਹ 'ਚ ਹੀ ਬੋਲ ਰਹੀ ਹੈ। ਪਤਾ ਨਹੀਂ ਚਰਖੇ ਨਾਲ ਜਾਂ ਫਾਤਿਮਾ ਨਾਲ ਗੱਲਾਂ ਕਰ ਰਹੀ ਹੈ। ਇਹੋ ਜਿਹੇ ਭਾਵੁਕ ਸਮੇਂ ਬੇਬੇ ਨੂੰ ਡਿਸਟਰਬ ਕਰਨਾ ਨਹੀਂ ਚਾਹੁੰਦਾ। ਬੱਚਿਆਂ ਨੂੰ ਇੱਕ ਤਰ੍ਹਾਂ ਘੂਰ ਕੇ ਚੁੱਪ ਕਰਾ ਦਿੱਤਾ ਹੈ। ਉਹ ਅੰਦਰੋਂ ਤਾਂ ਉਤੇਜਿਤ ਹਨ, ਚੀਜ਼ਾਂ ਨੂੰ ਉਲਟ ਪੁਲਟ ਕਰਕੇ ਪਰਖ ਰਹੇ ਹਨ, ਪਰ ਜਦੋਂ ਵੀ ਖੜਾਕ ਹੁੰਦਾ ਤਾਂ ਮੇਰੇ ਤੇ ਬੇਬੇ ਵੱਲ ਵੇਖਦਿਆਂ ਆਪਸ ਵਿੱਚ ਬੁੱਲ੍ਹਾਂ 'ਤੇ ਉਂਗਲ ਰੱਖ ਕੇ ਚੁੱਪ ਰਹਿਣ ਲਈ ਆਖਦੇ ਹਨ। ਫੇਰੀ ਵਾਲਾ ਆ ਗਿਆ ਹੈ। ਬੇਬੇ ਚਰਖੇ ਨੂੰ ਇਉਂ ਫੜੀ ਬੈਠੀ ਹੈ ਜਿਵੇਂ ਉਸਨੂੰ ਚਰਖੇ ਖੋਹੇ ਜਾਣ ਦਾ ਡਰ ਹੋਵੇ। ਫੇਰੀ ਵਾਲੀ ਨੇ ਸਭ ਨਿੱਕੜ ਸੁੱਕੜ ਹੂੰਝ ਲਿਆ ਹੈ। ਕਮਾਲ ਦੇ ਹਨ ਇਹ ਲੋਕ ਵੀ, ਜਿਨ੍ਹਾਂ ਵਸਤਾਂ ਨੂੰ ਅਸੀਂ ਬੇਕਾਰ ਸਮਝਦੇ ਹਾਂ, ਇਹ ਉਹਨਾਂ ਵਿੱਚੋਂ ਹੀ ਆਪਣਾ ਰੁਜ਼ਗਾਰ ਚਲਾਈ ਜਾਂਦੇ ਨੇ। ਹੁਣ ਫੇਰੀ ਵਾਲਾ ਇੱਕ ਪਾਸੇ ਖੜਾ ਹਿਸਾਬ ਬਣਾਉਣ ਲੱਗਾ। ਲੋਹਾ ਕਿੰਨਾ, ਬੋਤਲਾਂ ਕਿੰਨੀਆਂ, ਟੁੱਟਿਆ ਕੱਚ ਕਿੰਨਾ, ਪਲਾਸਟਿਕ ਕਿੰਨਾ ਤੇ ਰੱਦੀ ਦੇ ਕਾਗਜ਼, ਸਭ ਦੇ ਅੱਡ ਅੱਡ ਭਾਅ ਹਨ। ਬੇਬੇ ਅਜੇ ਵੀ ਚਰਖੇ ਨੂੰ ਝਾੜ ਪੂੰਝ ਕਰ ਰਹੀ ਹੈ। ਉਦੋਂ ਤਾਂ ਪੁੱਤ ਇੰਨੀ ਵੱਢ ਟੁੱਕ ਹੋਈ, ਹੇ ਮੇਰੇ ਮਾਲਕਾ, ਬੰਦੇ ਤਾਂ ਪਸ਼ੂਆਂ ਨਾਲੋਂ ਵੀ ਭੈੜੇ ਬਣ ਗਏ, ਨਿਰੇ ਜੰਗਲੀ ਜਾਨਵਰ। ਮੁਸਲਮਾਨ ਅਜੇ ਘਰਾਂ 'ਚ ਹੀ ਸੀਗੇ, ਆਪਣੇ ਤਾਂ ਉਹਨਾਂ ਦੀਆਂ ਚੀਜ਼ਾਂ ਲੁੱਟਣ ਪੈ ਗਏ, ਘਰਾਂ ਨੂੰ ਅੱਗ ਲਾਉਣ ਲੱਗ ਪਏ, ਉਹਨਾਂ ਦਾ ਮਾਲ ਡੰਗਰ ਹੱਕ ਲਿਆਏ। ਅੱਗੋਂ ਮੁਸਲਮਾਨ ਲੜੇ ਨਹੀਂ ਬੇਬੇ? ਮੈਂ ਪੁੱਛਦਾ ਹਾਂ। ਕਾਹਦਾ ਲੜਨਾ ਸੀ ਪੁੱਤ, ਜਿਨ੍ਹਾਂ 'ਤੇ ਮਾਣ ਸੀ ਉਹੀ ਲੁੱਟਾਂ ਖੋਹਾਂ 'ਚ ਮੋਹਰੀ ਬਣੇ। ਮੁਸਲਮਾਨ ਤਾਂ ਭੇਡਾਂ ਬੱਕਰੀਆਂ ਵਾਂਗੂ ਸਿਰ ਸੁੱਟ ਕੇ ਬਹਿ ਗਏ। ਪਿੰਡ ਆਪਣੇ ਘਰ ਦੇ ਸਾਹਮਣੇ ਖੁੱਲ੍ਹੀ ਥਾਂ ਸੀ, ਉੱਥੇ ਇਕੱਠੇ ਸੀ ਸਾਰੇ। ਕਹਿੰਦੇ ਆ ਉੱਧਰ ਮੁਸਲਮਾਨਾਂ ਨੇ ਵੀ ਬਹੁਤ ਮਾਰੇ ਆਪਣੇ ਲੋਕ। ਮਾਰਤੇ ਹੋਣਗੇ ਪੁੱਤ, ਜਿਵੇਂ ਆਪਣਿਆਂ ਨੇ ਇਹਨਾਂ ਨਾਲ ਕੀਤੀ ਉਵੇਂ ਉਹਨਾਂ ਨੇ ਆਪਣਿਆਂ ਨਾਲ ਕੀਤੀ ਹੋਊ। ਪਸ਼ੂ ਤਾਂ ਬੰਦੇ ਦੇ ਅੰਦਰ ਹੀ ਹੁੰਦਾ, ਸਿੰਘ ਨਹੀਂ ਦਿਸਦੇ। ਬੇਬੇ ਦੇ ਚਿਹਰੇ ਤੋਂ ਇਸ ਤਰ੍ਹਾਂ ਦਾ ਪ੍ਰਭਾਵ ਦਿਸਦਾ ਹੈ ਜਿਵੇਂ ਉਹ 47 ਦੀ ਵੰਡ ਵੇਲੇ ਘਰਾਂ 'ਚ ਲੱਗੀਆਂ ਅੱਗਾਂ ਨੂੰ ਦੇਖ ਰਹੀ ਹੈ ਤੇ ਸਾਹਮਣੇ ਰੋਂਦੇ ਕਰਲਾਉਂਦੇ ਲੋਕਾਂ ਦੇ ਹਜੂਮ ਰੀਂਗ ਰਿਹਾ ਹੈ। ਫੇਰੀ ਵਾਲੇ ਨੇ ਹਿਸਾਬ ਬਣਾ ਕੇ ਪੈਸੇ ਦੇ ਦਿੱਤੇ ਹਨ। ਮੈਂ ਇਹੀ ਪੈਸੇ ਬੇਬੇ ਦੇ ਅੱਗੇ ਰੱਖ ਦਿੱਤਾ ਹਾਂ। ਬੇਬੇ ਭਰੀਆਂ ਉਦਾਸ ਅੱਖਾਂ ਨਾਲ ਮੇਰੇ ਵੱਲ ਤੱਕਦੀ ਹੈ। ਨਾ ਪੁੱਤ, ਮੈਂ ਕੀ ਕਰਨੇ ਨੇ ਪੈਸੇ, ਪਰ ਮੇਰਾ ਚਰਖਾ ਨਹੀਂ ਸੁੱਟਣਾ ਪੁੱਤਰਾ। ਫਾਤਮਾ ਪਤਾ ਨਹੀਂ ਵਿਚਾਰੀ ਕਿੱਥੇ ਹੋ ਹੁਣ। ਮੈਨੂੰ ਤਾਂ ਉਹ ਆਪਣੀ ਭੈਣ ਨਾਲੋਂ ਵੀ ਜ਼ਿਆਦਾ ਚੰਗੀ ਲੱਗਦੀ ਸੀ। ਉਹ ਤਾਂ ਸੋਚਦੀ ਹੋਊ ਮੇਰਾ ਚਰਖਾ ਉੱਥੇ ਹੀ ਪਿਆ। ਦੇਸ਼ ਭਾਵੇਂ ਅੱਡੋ ਅੱਡ ਹੋਵੇ, ਪਰ ਸਾਡਾ ਮੋਹ ਪਿਆਰ ਤਾਂ ਅੱਡ ਨਹੀਂ ਹੋਇਆ। ਕੱਲ੍ਹ ਸੁਪਨੇ 'ਚ ਮੈਨੂੰ ਮਿਲੀ ਸੀ। ਇਹਨੂੰ ਤਾਂ ਨਹੀਂ ਰੋਕ ਸਕਦਾ ਕੋਈ। ਅੱਧੀ ਰਾਤ ਨੂੰ ਮਿਲੀ। ਇਸ ਆਜ਼ਾਦੀ ਬਾਰੇ ਪੜ੍ਹਿਆ ਤਾਂ ਮੈਂ ਵੀ ਬਹੁਤ ਕੁਛ ਹੈ, ਪਰ ਬੇਬੇ ਇੱਕ ਵੱਖਰਾ ਹੀ ਦਰਦ ਹੰਢਾ ਰਹੀ ਹੈ। ਲਿਆ ਬੇਬੇ, ਅੰਦਰ ਰੱਖਾਂ ਮੈਂ ਇਹਨੂੰ, ਨਹੀਂ ਤਾਂ ਤੂੰ ਅੱਜ ਰੋਈ ਹੀ ਜਾਣਾ। ਮੈਂ ਚਾਹੁੰਦਾ ਹਾਂ ਬੇਬੇ ਬੀਤੇ 'ਚੋਂ ਬਾਹਰ ਨਿਕਲੇ। ਜੇ ਤੈਨੂੰ ਭਰੇ ਭਰਾਏ ਘਰ 'ਚੋਂ ਕੋਈ ਕੱਢ ਦੇਵੇ ਤੇ ਆਖੇ ਜਾ ਜਿੱਥੇ ਜੀ ਕਰਦਾ, ਪਰ ਇੱਥੇ ਨਾ ਹੀ ਮੁੜ ਕੇ। ਅੱਜ ਦੇ ਜਵਾਨ ਤਾਂ ਕਹਿੰਦੇ ਹੋਣਗੇ ਐਂ ਕਿਵੇਂ ਹੋ ਜੂ। ਇਹ ਵਾਪਰਦੀਆਂ ਦੇਖੀਆਂ। ਬੇਬੇ ਹੌਂਕਾ ਲੈਂਦੀ ਹੈ। ਮੈਂ ਚਰਖਾ ਰਿੜ ਕੇ ਅੰਦਰ ਰੱਖ ਆਉਂਦਾ ਹਾਂ। ਕੁਝ ਦਿਨ ਬਾਅਦ ਹੀ ਘਰ ਨੂੰ ਕਲੀ ਕਰਾਉਣ ਤੇ ਦਰਵਾਜ਼ਿਆਂ ਖਿੜਕੀਆਂ ਨੂੰ ਰੰਗ ਕਰਾਉਣ ਦਾ ਵਿਚਾਰ ਬਣਿਆ ਹੈ। ਇਸ ਕੰਮ ਲਈ ਮੈਂ ਇੱਕ ਭਈਆ ਲੱਭ ਕੇ ਲਿਆਇਆ ਹਾਂ। ਸਾਰੇ ਦਿਖਾ ਕੇ ਉਸਨੂੰ ਠੇਕਾ ਦੇ ਦਿੱਤਾ ਹੈ। ਉੱਕੀ ਪੁੱਕੀ ਮਜ਼ਦੂਰੀ ਤੇ ਸਮਾਨ ਆਪਣਾ। ਦਿਹਾੜੀ ਤੇ ਕੰਮ ਹੋਵੇ ਤਾਂ ਉਹ ਬੜੀ ਸੁਸਤੀ ਵਰਤਦੇ ਹਨ, ਕੰਮ ਨਿਬੇੜਦੇ ਹੀ ਨਹੀਂ।
ਚਾਹ ਪੀਣ ਲੱਗੇ ਹੀ ਘੰਟਾ ਲਾ ਦਿੰਦੇ ਹਨ। ਜੇ ਠੇਕਾ ਕੀਤਾ ਹੋਵੇ ਤਾਂ ਭੂਤ ਬਣ ਜਾਂਦੇ ਹਨ। ਹਨੇਰਾ ਹੋਣ ਤੱਕ ਵੀ ਨਹੀਂ ਹਟਦੇ। ਕਹਿ ਕੇ ਕੰਮ ਬੰਦ ਕਰਾਉਣਾ ਪੈਂਦਾ ਹੈ, ਪਰ ਠੇਕੇ ਵਿੱਚ ਉਹਨਾਂ 'ਤੇ ਨਿਗਾਹ ਰੱਖਣੀ ਪੈਂਦੀ ਹੈ। ਚਾਲੂ ਕੰਮ ਕਰ ਦਿੰਦੇ ਹਨ। 3 ਕੁ ਦਿਨਾਂ ਵਿੱਚ ਹੀ ਭਈਆਂ ਨੇ ਕਲੀ ਦਾ ਕੰਮ ਮੁਕਾ ਕੇ ਦਰਵਾਜ਼ੇ ਖਿੜਕੀਆਂ ਰੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੈਂ ਆਪਣੇ ਕੰਮ 'ਤੇ ਜਾਣ ਲੱਗਿਆ ਉਹਨਾਂ ਨੂੰ ਹਦਾਇਤਾਂ ਦੇ ਕੇ ਜਾਂਦਾ ਹਾਂ। ਜਦੋਂ ਦੇ ਪਿੰਡ ਇੱਥੇ ਸ਼ਹਿਰ 'ਚ ਆਏ ਹਾਂ, ਇਹ ਘਰ ਪਹਿਲੀ ਵਾਰ ਰੰਗ ਹੋਣ ਲੱਗਿਆ। ਜਰਾ ਪ੍ਰੇਮ ਨਾਲ ਤੇ ਮਿਹਨਤ ਨਾਲ ਕਰਨਾ। ਜੰਗਾਲ ਉੱਤੇ ਹੀ ਰੰਗ ਨਹੀਂ ਫੇਰ ਦੇਣਾ। ਉਹ ਹਾਂਜੀ ਸਮਝ ਗਿਆ ਜੀ, ਠੀਕ ਹੈ ਜੀ ਕਹਿ ਕੇ ਮੇਰੀ ਤਸੱਲੀ ਕਰਵਾਈ ਰੱਖਦੇ ਹਨ, ਪਰ ਮੇਰੀ ਘਰਵਾਲੀ ਦੇ ਕਹਿਣ ਅਨੁਸਾਰ ਕਰਦੇ ਆਪਣੀ ਮਰਜ਼ੀ ਹਨ। ਹਰ ਘੰਟੇ ਬਾਅਦ ਕਹਿਣਗੇ, ਬੀਬੀ ਜੀ ਚਾਹ ਦੇ ਦਿਓ। ਮੈਂ ਤਾਂ ਕਦੇ ਰੋਟੀ ਖਾਂਦੇ ਨਹੀਂ ਵੇਖੇ ਛੁੱਟੀ ਵੇਲੇ। ਉਹ ਹੈਰਾਨ ਹੋ ਕੇ ਦੱਸਦੀ ਹੈ। ਇੱਕ ਦਿਨ ਬਾਹਰੋਂ ਆਇਆ ਤਾਂ ਦੇਖਿਆ ਬੇਬੇ ਭਈਏ ਕੋਲੋਂ ਆਪਣਾ ਚਰਖਾ ਰੰਗ ਕਰਵਾ ਰਹੀ ਹੈ। ਕੋਲ ਹੀ ਬੈਠੀ ਹੈ। ਭਈਆ ਵੀ ਬਹੁਤ ਖੁਸ਼ ਹੈ। ਹੁਣ ਇਹਨਾਂ ਨੂੰ ਕੁਝ ਟ੍ਰਿਕ ਆ ਗਏ ਹਨ। ਮੈਨੂੰ ਘਰ ਆਈ ਨੂੰ ਵੇਖ ਕੇ ਬੇਬੇ ਨੂੰ ਚੰਗਾ ਨਹੀਂ ਲੱਗਿਆ। ਇਹ ਉਸ ਦੇ ਚਿਹਰੇ ਤੋਂ ਪਤਾ ਲੱਗਦਾ ਹੈ। ਚਰਖੇ ਨੂੰ ਰੰਗ ਹੁੰਦਾ ਵੇਖ ਕੇ ਚਿਹਰੇ 'ਤੇ ਆਈ ਰੌਣਕ ਗਾਇਬ ਹੋ ਗਈ ਹੈ। ਕੀ ਪਤਾ ਬੇਬੇ ਨੇ ਸੋਚਿਆ ਹੋਵੇ ਮੈਂ ਨਾਰਾਜ਼ ਹੋਵਾਂਗਾ। ਵਾਧੂ ਰੰਗ ਪਿਆ ਸੀ। ਮੈਂ ਕਿਹਾ ਖਰਾਬ ਹੋ ਜੂ, ਚੱਲ ਚਰਖੇ 'ਤੇ ਹੀ ਫਿਰਾ ਲੈਂਦੀ ਹੈ। ਬੇਬੇ ਆਪਣੇ ਵੱਲੋਂ ਸਫਾਈ ਦੇਣਾ ਚਾਹੁੰਦੀ ਹੈ ਸ਼ਾਇਦ। ਬੇਬੇ ਕਿਤੇ ਚਲਾਇਆ ਤਾਂ ਹੈ ਨਹੀਂ ਤੂੰ, ਨਾ ਹੀ ਇਹਨੇ ਚੱਲਣਾ। ਮੈਂ ਗੁੱਸਾ ਹੁੰਦਾ ਹਾਂ। ਚੱਲੂਗਾ ਪੁੱਤ ਚੱਲੂਗਾ। ਮਾਂ ਦੇ ਚਿਹਰੇ 'ਤੇ ਵਿਸ਼ਵਾਸ ਹੈ। ਐਵੇਂ ਇਹਨਾਂ ਦਾ ਟਾਈਮ ਖਰਾਬ ਕਰੀ ਜਾਂਦੀ ਹੈ। ਕੁਛ ਨਹੀਂ ਹੁੰਦਾ ਅੱਧੇ ਘੰਟੇ ਨਾਲ। ਦੇਖ ਕਿੰਨਾ ਸੋਹਣਾ ਬਣਦਾ ਜਾਂਦਾ। ਜਾਣੀ ਹੁਣੇ ਫਾਤਿਮਾ ਦੇ ਕੇ ਗਈ ਹੈ। ਮਾਂ ਦੇ ਚਿਹਰੇ 'ਤੇ ਰੌਣਕ ਪਰਤ ਆਉਂਦੀ ਹੈ। ਭਈਆ ਸਾਰੇ ਰੰਗ ਚੁੱਕ ਲਿਆਉਂਦਾ ਹੈ। ਉਹਨੂੰ ਵੀ ਚਾਅ ਹੈ। ਬੇਬੇ ਉਸ ਨੂੰ ਦੱਸਦੀ ਹੈ, ਮੇਰੀ ਸਹੇਲੀ ਦਾ ਹੈ, ਹੁਣ ਪਾਕਿਸਤਾਨ 'ਚ ਹੈ, ਪਤਾ ਨਹੀਂ ਹੈ ਵੀ ਕਿ ਨਹੀਂ। ਫਿਰ ਤਾਂ ਮੈਂ ਪੈਸੇ ਨਹੀਂ ਲਊਂਗਾ। ਇੱਕ ਵਾਰ ਚਾਹ ਹੋਰ ਪਿਲਾ ਦਿਓ। ਭਈਆ ਬੇਬੇ ਨੂੰ ਉਦਾਸ ਵੇਖ ਕੇ ਕਹਿੰਦਾ ਹੈ, ਕਦੇ ਮੈਨੂੰ ਲੱਗਦਾ ਕਿ ਭਈਏ ਅੰਦਰ ਇਨਸਾਨੀਅਤ ਹੈ, ਕਦੇ ਲੱਗਦਾ ਹੈ ਉਹ ਪੂਰਾ ਚਾਲੂ ਹੈ। ਇਸ ਤਰ੍ਹਾਂ ਹੀ ਭੋਲਾ ਤੇ ਬੁੱਧੂ ਜਿਹਾ ਬਣ ਕੇ ਉਹ ਆਪਣੇ ਖਾਣ ਪੀਣ ਦਾ ਜੁਗਾੜ ਕਰੀ ਜਾਂਦਾ ਰਹਿੰਦਾ ਹੈ। ਮੇਰੀ ਘਰਵਾਲੀ ਵੀ ਕਹਿੰਦੀ ਹੈ, ਬਾਹਲਾ ਸਾਊ ਹੈ ਵਿਚਾਰਾ, ਆਪਣਾ ਦੇਸ਼ ਛੱਡ ਕੇ ਆਇਆ, ਇਹਦਾ ਕੌਣ ਹੈ ਇੱਥੇ। ਪਰ ਮੈਨੂੰ ਪਤਾ ਹੈ ਜਦੋਂ ਇਹ ਸਾਰੇ ਭਈਏ ਇਕੱਠੇ ਹੁੰਦੇ ਨੇ ਤਾਂ ਕਿਵੇਂ ਇੱਕ ਦੂਜੇ ਨੂੰ ਚਟਕਾਰੇ ਲਾ ਕੇ ਗੱਲਾਂ ਸੁਣਾਉਂਦੇ ਹਨ। ਉਹਨਾਂ ਕਿਵੇਂ ਕਿਸ ਨੂੰ ਬੇਵਕੂਫ ਬਣਾਇਆ। ਭਈਏ ਨੇ ਆਪਣੀ ਪੂਰੀ ਕਾਰੀਗਰੀ ਦਿਖਾ ਕੇ ਚਰਖੇ ਨੂੰ ਚਮਕਾ ਦਿੱਤਾ ਹੈ। ਹੁਣ ਉਸ ਨੂੰ ਧੁੱਪੇ ਖੜਾ ਕਰ ਆਇਆ ਹੈ। ਬੇਬੇ ਦੂਰ ਖੜੀ ਹੋ ਕੇ ਉਸ ਨੂੰ ਤੱਕ ਰਹੀ ਹੈ। ਭਾਵੇਂ ਜਰਜਰਾ ਹੋ ਗਿਆ ਹੈ, ਪਰ ਦੇਖਣ ਨੂੰ ਨਵਾਂ ਲੱਗਦਾ ਹੈ। ਬੇਬੇ ਦੀਆਂ ਨੂੰਹਾਂ ਚਰਖੇ ਤੇ ਬੇਬੇ ਵੱਲ ਵੇਖ ਕੇ ਨੱਕ ਬੁੱਲ ਚੜ੍ਹਾ ਰਹੀਆਂ ਹਨ। ਆਪਸ 'ਚ ਗੁੱਝੇ ਇਸ਼ਾਰੇ ਵੀ ਕਰਦੀਆਂ ਹਨ, ਪਰ ਬੇਬੇ ਸਭ ਕੁਝ ਸਮਝਦੀ ਹੈ, ਕਹਿੰਦੀ ਕੁਝ ਨਹੀਂ। ਬੇਬੇ ਹੁਣ ਸੂਤ ਕੱਤਿਆ ਕਰੂਗੀ। ਛੋਟੀ ਨੂੰ ਬੇਬੇ ਨੂੰ ਸੁਣ ਕੇ ਵੱਡੀ ਨੂੰ ਆਖਦੀ ਹੈ, ਆਪਾਂ ਤਾਂ ਕੁੜੀ ਦੇ ਵਿਆਹ ਵੇਲੇ ਬੇਬੇ ਨੂੰ ਹੀ ਖੇਸਾਂ ਦਰੀਆਂ ਦਾ ਠੇਕਾ ਦੇਣਾ। ਇਸ ਗੱਲ 'ਤੇ ਛੋਟੀ ਖਿੜਖਿੜ ਹੱਸ ਪਈ ਹੈ। ਨਹੀਂ, ਜਿਹੜੀਆਂ ਤੁਹਾਡੇ ਢਿੱਡ 'ਚ ਹੈ ਮੇਰੇ ਨਹੁੰਆਂ 'ਚ ਹੈ। ਮੈਨੂੰ ਪਤਾ ਹੈ ਕਿੱਥੋਂ ਬੋਲਦੀ ਹੋ ਤੁਸੀਂ। ਬੇਬੇ ਦੇ ਚਿਹਰੇ 'ਤੇ ਗੁੱਸਾ ਤੇ ਰੋਸ ਹੈ। ਅਸੀਂ ਤਾਂ ਤੇਰੇ ਆਜ਼ਾਦੀ ਵਾਲੇ ਚਰਖੇ ਦੀ ਗੱਲ ਕਰਦੀਆਂ, ਲੜਦੀ ਕਾਹਤੋਂ ਹੈ। ਛੋਟੀ ਨੂੰ ਸੁਲਾ ਦੇ ਰੌਂ 'ਚ ਹੈ, ਪਰ ਘੁਣਤਰੀ ਹੈ। ਨਹੀਂ ਜਾਓ, ਤੁਹਾਨੂੰ ਕੀ ਪਤਾ ਕੀ ਹੁੰਦੀ ਹੈ ਆਜ਼ਾਦੀ। ਖਾ ਲਿਆ, ਹੱਗ ਲਿਆ, ਹਿੜ ਕਰ ਲਿਆ। ਬੇਬੇ ਹੋਰ ਖਿੱਝ ਗਈ ਹੈ। ਮੈਨੂੰ ਪਤਾ ਹੈ ਜੇ ਉਸ ਦੀਆਂ ਨੂੰਹਾਂ ਅੱਗਿਓਂ ਚੁੱਪ ਨਾ ਕੀਤੀਆਂ ਤਾਂ ਬੇਬੇ ਨੂੰ ਗੁੱਸੇ ਦਾ ਦੌਰਾ ਵੀ ਪੈ ਸਕਦਾ ਹੈ। ਮੈਂ ਉਹਨਾਂ ਨੂੰ ਜਾ ਕੇ ਆਪਣਾ ਕੰਮ ਕਰਨ ਲਈ ਕਹਿੰਦਾ ਹਾਂ। ਉਹ ਚਲੀਆਂ ਤਾਂ ਗਈਆਂ ਹਨ, ਪਰ ਛੋਟੀ ਜਾਂਦੀ ਫਿਰ ਚਕੂੰਦਰ ਛੱਡ ਜਾਂਦੀ ਹੈ। ਦੇਖਾਂਗੇ ਜਦੋਂ ਬੇਬੇ ਨੇ ਇਸ ਨਾਲ ਚਰਖੇ 'ਤੇ ਕੱਤਿਆ। ਰੰਗ ਸੁੱਕ ਲੈਣ ਦੇ, ਫਿਰ ਤੈਨੂੰ ਕੱਤ ਕੇ ਵੀ ਵਿਖਾਊਂ। ਜੰਮ ਮੌਕੇ ਨਹੀਂ ਗੱਲਾਂ ਕਰਦੀਆਂ। ਬੇਬੇ ਦੇ ਚਿਹਰੇ 'ਤੇ ਵੰਗਾਰ ਝਲਕਦੀ ਹੈ। ਰੰਗ ਰੋਗਣ ਦਾ ਕੰਮ ਖਤਮ ਹੋ ਗਿਆ ਹੈ। ਸਾਰੇ ਘਰ ਵਿੱਚੋਂ ਅਜੀਬ ਜਿਹੀ ਆ ਰਹੀ ਗੰਧ ਸੁਖਾਵੀਂ ਲੱਗਦੀ ਹੈ। ਸਾਫ ਸੁਥਰਾ ਘਰ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ। ਬੇਬੇ ਦੇ ਚਰਖੇ ਦਾ ਰੰਗ ਵੀ ਹੁਣ ਸੁੱਕ ਗਿਆ ਹੈ, ਪਰ ਇਹ ਕੀ, ਅੰਦਰ ਸਾਂਭ ਕੇ ਰੱਖਿਆ ਤੇ ਪੁਰਾਣੇ ਖੇਸ ਨਾਲ ਢੱਕ ਕੇ ਰੱਖਿਆ ਚਰਖਾ ਫਿਰ ਬਾਹਰ ਕੱਢ ਲਿਆਈ। ਬੇਬੇ ਮੇਰੇ ਵੱਲ ਵੇਖ ਕੇ ਕਹਿੰਦੀ ਹੈ, ਇਹ ਕਿਤੇ ਟਿਕਣ ਦਿੰਦੀਆਂ ਨੇ ਮੈਨੂੰ। ਉਸ ਦਾ ਇਸ਼ਾਰਾ ਨੂੰਹਾਂ ਵੱਲ ਹੈ।
ਨੂੰਹਾਂ ਮੁਸਕੜੀਆਂ ਹੱਸਦੀਆਂ, ਬਾਹਰ ਇੱਕ ਜੋਗੀ ਆ ਗਿਆ ਹੈ ਮੰਗਣ। ਆਂਦੀਆਂ ਤੇਰੇ ਚਰਖੇ ਦੀ ਘੂਕ ਸੁਣ ਕੇ ਆਇਆ ਹੋਊ, ਅੱਜ ਇਹਨਾਂ ਨੂੰ ਕੱਤ ਕੇ ਵਿਖਾਊਂ। ਨੂੰਹਾਂ ਫਿਰ ਹੱਸੀਆਂ, ਕਿੱਥੋਂ ਕੱਤ ਲੈਂਗੀ ਬੇਬੇ ਹੁਣ, ਤੇਰੇ ਵਰਗਾ ਹਾਲ ਹੀ ਚਰਖੇ ਦਾ ਹੋਇਆ ਪਿਆ। ਨਿੱਕੀ ਨੂੰ ਸਦਾ ਉਸ ਨੂੰ ਛੇੜਦੀ ਰਹਿੰਦੀ ਹੈ। ਤੁਹਾਨੂੰ ਚੱਜ ਹੋਵੇ ਕੱਤਣ ਦਾ ਤਾਂ ਪਤਾ ਹੋਵੇ। ਬੇਬੇ ਵੀ ਛੇਤੀ ਕਿਤੇ ਹਾਰ ਮੰਨਣ ਵਾਲੀ ਨਹੀਂ ਹੈ। ਉਸਦੇ ਚਿਹਰੇ 'ਤੇ ਦ੍ਰਿੜਤਾ ਹੈ, ਉਮਰ ਦਾ ਤਜਰਬਾ ਹੈ ਤੇ ਚਰਖੇ 'ਤੇ ਮਾਣ। ਬੇਬੇ ਪੀੜੀ ਡਾਹ ਕੇ ਬੈਠ ਗਈ ਹੈ, ਚਰਮਖਾਂ ਨੂੰ ਤੇਲ ਦੇ ਰਹੀ ਹੈ। ਨਵੀਂ ਮਾਲ ਪਾਈ ਹੈ, ਗੁੱਝ ਨੂੰ ਤੇਲ ਦਿੱਤਾ, ਫਿਰ ਗੇੜਾ ਦੇ ਕੇ ਕਤਲੇ ਦਾ ਵਿੰਗ ਪਰਖਦੀ ਹੈ। ਹੱਥ ਦੀਆਂ ਉਂਗਲਾਂ ਦੀ ਹਲਕੀ ਜਿਹੀ ਦਾਬ ਨਾਲ ਤਕਲਾ ਸਿੱਧਾ ਕਰਦੀ ਹੈ। ਫਿਰ ਪਤਾ ਨਹੀਂ ਕਦੋਂ ਦੀ ਅੰਦਰ ਸਾਂਭ ਕੇ ਰੱਖੀ ਰੂੰ ਚੱਕ ਲਈ ਹੈ। ਨੂੰਹਾਂ ਉਸ ਦੀਆਂ ਹਰਕਤਾਂ ਤਾੜ ਰਹੀਆਂ ਹਨ ਤੇ ਹੱਸ ਵੀ ਰਹੀਆਂ ਹਨ, ਪਰ ਬੇਬੇ ਪੂਰੀ ਸੰਜੀਦਾ ਹੈ। ਬੇਬੇ ਖਾਲੀ ਚਰਖੇ ਨੂੰ ਗੇੜਾ ਦੇ ਕੇ ਦੇਖਦੀ ਹੈ, ਸਭ ਕੁਝ ਠੀਕ ਠਾਕ ਜਾਪਦਾ ਹੈ। ਫਿਰ ਬੇਬੇ ਥੋੜ੍ਹੀ ਜਿਹੀ ਰੂੰ ਲੈ ਕੇ ਪੂਣੀ ਵੱਟਦੀ ਹੈ। ਪੂਣੀ ਨੂੰ ਤੱਕਣੇ ਨਾਲ ਛਿਹਾਉਣ ਤੋਂ ਪਹਿਲਾਂ ਉਹ ਅੱਖਾਂ ਮੀਚ ਕੇ ਮਨ 'ਚ ਕੁਝ ਧਿਆਉਂਦੀ ਹੈ ਤੇ ਫਿਰ ਹੌਲੀ ਜਿਹਾ ਕਹਿੰਦੀ ਹੈ, ਆ ਭੈਣ ਫਾਤਮਾ, ਕੱਤੀ ਹੈ ਆਪਾਂ। ਚਰਖੇ ਨੂੰ ਗੇੜਾ ਦੇ ਕੇ ਬੇਬੇ ਤੱਕਲੇ ਦੇ ਸਿਰੇ ਨਾਲ ਪੂਣੀ ਛੁਹਾ ਕੇ ਜਦੋਂ ਹੱਥ ਲਹਿਰਾ ਕੇ ਉੱਪਰ ਵੱਲ ਚੁੱਕਦੀ ਹੈ ਤਾਂ ਇੱਕ ਲੰਮਾ ਤੰਦ ਸਭਨਾਂ ਨੂੰ ਦਿਸਦਾ ਹੈ। ਨੂੰਹਾਂ ਦੇ ਮੂੰਹ ਟੱਡੇ ਗਏ ਹਨ, ਉਹਨਾਂ ਹੈਰਾਨੀ ਨਾਲ ਖੁੱਲ੍ਹੇ ਮੂੰਹਾਂ 'ਤੇ ਹੱਥ ਰੱਖ ਲਏ ਹਨ। ਬੇਬੇ ਕੱਤੀ ਵੀ ਜਾ ਰਹੀ ਹੈ ਤੇ ਰੋਈ ਵੀ ਜਾ ਰਹੀ ਹੈ। ਦੋਸਤੋ, ਇਹ ਸੀ ਬਲਦੇਵ ਸਿੰਘ ਸੜਕਨਾਮਾ ਦੀ ਕਹਾਣੀ ਆ ਭੈਣ ਫਾਤਿਮਾ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਵਾਰ ਆਪਣੇ ਵਿਚਾਰ ਜ਼ਰੂਰ ਦਿਓ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।